सतनाम श्री वाहे गुरु साहिब जियो। राग गौड़ी ग्वारेरी अष्टपदी कबीर जी की। एक ओंकार सतगुर प्रसाद। सुख मांगत दुख आज्ञा आवे, सो सुख हम होना मांग्या पावै। सुख मांगत दुख आज्ञा आवे, सो सुख हमू ना मांग्या पावै। बिख्या जहूँ सुरत सुख आसा, कैसे होई है राजा राम निवासा। रहाओ इस सुख ते शिव ब्रह्म डराना, सो सुख हमू साच कर जाना। सनकादिक नारद मुन सेखा, तिन पे तन मह मन नहीं पेखा। इस मन को कोई खोजो पाई, तन छूटै मन कहाँ समाई। गुर प्रसादी जय देव नामा, भगत कै प्रेम नहीं है जाना। इस मन को नहीं आवन जाना, जिसका परम गया तिन साच पछाना। इस मन को रूप ना रेख्या काई, हुक्मे होया हुक्म बूझ समाई। इस मन का कोई जाने पेओ, एह मन लीन पाए सुख देओ। जियो एक यार सगल शरीरा, इस मन को रव रहे कबीरा। जियो एक यार सगल शरीरा, इस मन को रव रहे कबीरा। राग गौड़ी ग्वारेरी अष्टपदी कबीर जी की। एक ओंकार सतगुर प्रसाद। सुख मांगत दुख आज्ञा आवे, सो सुख हमू ना मांग्या पावै। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जियो। सतगुरु ने अपार बख्शिश की। आप संगतां सतगुरु दे पावन पवित्र सोहने दरबार दियां हाजरियां भर रहे हो। आप संगतां ने सतगुरु दी अमृतमयी बाणी दा रस पिन्ना कीर्तन बड़े प्यार दे नाल सरवण कीता है। हुण आप संगतां पावन गुरबाणी दी कथा विचार सरवण कर रहे हो। पंचम पातशाह शहीदां दे सरताज शांति दे सोमे महान परोपकारी सतगुरु धन गुरु अर्जन देव महाराज सच्चे पातशाह ने जदों गुरुद्वारा श्री रामसर साहिब विखे साहिब श्री गुरु ग्रंथ साहिब जी की संपादना की, उथे सतगुरु साहिबान दे नाल नाल 15 होर भगतां महापुरखां दी बाणी भी अपनी बाणी विच दर्ज की। इस तो इलावा 17 भट्टां दी बाणी, 3 होर गुरसिखां दी बाणी भी साहिब श्री गुरु ग्रंथ साहिब जी दे अंदर लिखवाई। क्यों धन गुरु अर्जन देव महाराज सच्चे पातशाह ये चाहुंदे सन कि साहिब श्री गुरु ग्रंथ साहिब जी
ਇਹ ਕੇਵਲ ਸਿੱਖਾਂ ਦੇ ਹੀ ਧਰਮ ਗ੍ਰੰਥ ਨਾ ਰਹਿ ਜਾਣ, ਬਲਕਿ ਸਾਰੀ ਮਨੁੱਖਤਾ ਦੇ, ਸਾਰੇ ਵਿਸ਼ਵ ਦੇ ਸਾਂਝੇ ਧਰਮ ਗ੍ਰੰਥ ਬਣ ਜਾਣ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰੂ ਸਾਹਿਬਾਨ ਦੇ ਨਾਲ ਨਾਲ ਹੋਰ ਮਹਾਂਪੁਰਖਾਂ ਦੀ ਬਾਣੀ ਵੀ ਆਪਣੀ ਬਾਣੀ ਵਿੱਚ ਦਰਜ ਕੀਤੀ। ਜਦੋਂ ਆਪਾਂ ਉਹਨਾਂ ਭਗਤਾਂ ਦੇ ਜੀਵਨ ਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਉਹ ਭਗਤ ਕੋਈ ਸਿੱਖ ਧਰਮ ਦੇ ਪੈਰੋਕਾਰ ਨਹੀਂ ਸਨ, ਬਲਕਿ ਉਹਨਾਂ ਵਿੱਚੋਂ ਕੁਝ ਹਿੰਦੂ ਵੈਸ਼ਨਵ ਸੰਪਰਦਾਇ ਦੇ ਨਾਲ ਸੰਬੰਧਿਤ ਸਨ ਤੇ ਕੁਝ ਮੁਸਲਮਾਨਾਂ ਦੇ ਸੂਫੀ ਸੰਪਰਦਾਇ ਦੇ ਨਾਲ ਸੰਬੰਧਿਤ ਸਨ। ਉਹਨਾਂ ਸਾਰੇ ਭਗਤਾਂ ਦੀ, ਮਹਾਂਪੁਰਖਾਂ ਦੀ ਬਾਣੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾਈ। ਸਤਿਗੁਰੂ ਨੇ ਇੱਕੋ ਹੀ ਨਿਸ਼ਾਨਾ ਰੱਖਿਆ, ਕੋਈ ਭਗਤ, ਕੋਈ ਮਹਾਂਪੁਰਖ ਕਿਸੇ ਦੇਸ਼ ਵਿੱਚ ਪੈਦਾ ਹੋਇਆ, ਕਿਸੇ ਮਜ਼ਹਬ ਧਰਮ ਦੇ ਵਿੱਚ ਪੈਦਾ ਹੋਇਆ, ਉਹਦਾ ਕਿਸੇ ਇੱਕ ਕੌਮ ਜਾਂ ਸੰਪਰਦਾਇ ਨਾਲ ਸੰਬੰਧ ਸੀ, ਪਰ ਨਹੀਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕੋ ਹੀ ਗੱਲ ਮੱਦੇ ਨਜ਼ਰ ਰੱਖੀ, ਜਿਹੜਾ ਵੀ ਮਹਾਂਪੁਰਖ ਮੰਜ਼ਿਲੇ ਮਕਸੂਦ ਪਹੁੰਚ ਗਿਆ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ। ਹਰ ਜਨ ਦੁਈ ਏਕ ਹੈ, ਬੇਬੇ ਵਿਚਾਰ ਕਛ ਨਾਹੀਂ, ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸਮਾਹੇ। ਉਹਨਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਸਤਿਗੁਰੂ ਨੇ ਪ੍ਰਵਾਨ ਕੀਤਾ। ਨਹੀਂ ਤੇ ਦੇਖਣ ਦੇ ਵਿੱਚ ਇਹ ਆਉਂਦਾ ਹੈ ਕਿ ਜਿੰਨੇ ਵੀ ਵੱਖੋ ਵੱਖਰੇ ਧਰਮਾਂ ਦੇ, ਸੰਪਰਦਾਵਾਂ ਦੇ ਕੋਈ ਰਹਿਬਰ, ਮਹਾਂਪੁਰਖ, ਗੁਰੂ ਪੀਰ ਹੋਏ ਹਨ, ਉਹਨਾਂ ਨੇ ਆਪਣੇ ਅਨੁਯਾਈਆਂ ਦੇ ਲਈ ਕੁਝ ਸਿੱਖਿਆਵਾਂ ਦਿੱਤੀਆਂ, ਪਰ ਪੂਰੇ ਵਿਸ਼ਵ ਲਈ ਤੇ ਸਾਰੀ ਮਨੁੱਖਤਾ ਲਈ ਕਿਸੇ ਨੇ ਵੀ ਇਹ ਐਸਾ ਮਹਾਨ ਪਰਉਪਕਾਰ ਦਾ ਕਾਰਜ ਨਹੀਂ ਸੀ ਕੀਤਾ। ਸਭ ਤੋਂ ਪੁਰਾਤਨ ਧਰਮ ਗ੍ਰੰਥ ਹਿੰਦੂ ਮਤ ਦੇ ਵੇਦ ਮੰਨੇ ਗਏ ਹਨ, ਔਰ ਉਹਨਾਂ ਵੇਦਾਂ ਦੇ ਵਿੱਚ ਵੀ ਕੁਝ ਹਿੰਦੂ ਰਿਸ਼ੀਆਂ ਮੁਨੀਆਂ ਦੇ ਹੀ ਸ਼ਲੋਕ ਦਰਜ ਹਨ। ਹੋਰ ਧਰਮਾਂ ਦੀ ਕੋਈ ਗੱਲ ਨਹੀਂ ਲਿਖੀ ਮਿਲਦੀ। ਦੂਸਰੇ ਨੰਬਰ ਤੇ ਇਸਲਾਮ ਧਰਮ ਸੀ। ਇਸਲਾਮ ਧਰਮ ਦਾ ਸਭ ਤੋਂ ਪਾਕ ਗ੍ਰੰਥ ਕੁਰਾਨ ਸ਼ਰੀਫ ਹੈ। ਉਹਦੇ ਵਿੱਚ ਕੇਵਲ ਮੁਸਲਮਾਨਾਂ ਨੂੰ ਹੀ ਸ਼ਰਅ ਫਿਕਹ ਦੀ ਜਾਣਕਾਰੀ ਦਿੱਤੀ ਗਈ ਹੈ, ਪਰ ਪੂਰੇ ਵਿਸ਼ਵ ਲਈ, ਸੰਸਾਰ ਦੇ ਲਈ ਕੋਈ ਨਸੀਹਤ ਨਹੀਂ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਵਿਸ਼ਵ ਦਾ ਸਾਂਝਾ ਤੇ ਸਾਰੀ ਮਨੁੱਖਤਾ ਦਾ ਧਰਮ ਗ੍ਰੰਥ ਸਥਾਪਿਤ ਕਰਨ ਦੇ ਲਈ ਇੱਕ ਵੱਡੀ ਪੁਲਾਂਘ ਪੁੱਟੀ। ਅਨੇਕਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਇਹਦੇ ਵਿੱਚ ਸੰਪਾਦਿਤ ਕੀਤੀ। ਸੋ ਵਿਚਾਰਾਂ ਤਾਂ ਬਹੁਤ ਹੋ ਸਕਦੀਆਂ ਨੇ, ਪਰ ਹੁਣ ਆਪਾਂ ਬਾਣੀ ਦੀ ਵਿਚਾਰ ਦੇ ਵਿੱਚ ਪ੍ਰਵਿਰਤ ਹੋਣਾ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਹੋਏ ਹਨ। ਭਗਤ ਕਬੀਰ ਜੀ ਨੇ ਜੋ ਗੌੜੀ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਉਹਦੀ ਵਿਚਾਰ ਆਰੰਭ ਹੈ। ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ। ਰਾਗ ਗੌੜੀ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਅਸ਼ਟਪਦੀ ਛੰਦ ਦਾ ਨਾਮ ਹੈ, ਕਿਉਂਕਿ ਗੁਰਬਾਣੀ ਦਾ ਰਾਗ ਤੇ ਕਾਵਿ ਦੇ ਨਾਲ ਡੂੰਘਾ ਸੁਮੇਲ ਹੈ। ਰਾਗ ਤੇ ਕਾਵਿ ਬੜੀਆਂ ਕੋਮਲ ਕਲਾ ਨੇ,
ਹਜ਼ੂਰ ਨੇ ਬਾਣੀ ਵਿੱਚ ਇਹਨਾਂ ਦੋਨਾਂ ਦਾ ਪ੍ਰਯੋਗ ਕੀਤਾ ਹੈ। ਇਹ ਅਸ਼ਟਪਦੀ ਦਾ ਅਰਥ ਹੈ 8 ਪੌੜੀਆਂ ਵਾਲੀ ਰਚਨਾ। ਉਹ ਛੰਦ ਜਿਵੇਂ ਚੌਪਈ 4 ਪਦਾਂ ਵਾਲੀ ਨੂੰ ਚੌਪੀ ਕਹਿੰਦੇ ਨੇ, ਦੋਹਰਾ 2 ਲਾਈਨਾਂ ਵਾਲਾ ਹੁੰਦਾ ਹੈ, ਪਰ ਇਹ ਅਸ਼ਟਪਦੀ 8 ਪੌੜੀਆਂ ਵਾਲੀ ਰਚਨਾ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਇਹ ਭਗਤ ਕਬੀਰ ਜੀ ਦੀ ਅੱਗੇ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਸਤਿਗੁਰੂ ਨੇ ਮੰਗਲਾਚਰਨ ਲਿਖਿਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਉਸ ਨੂੰ ਕਹਿੰਦੇ ਹਨ ਜਿਸ ਵਰਗਾ ਕੋਈ ਹੋਰ ਨਾ ਹੋਵੇ। ਜਿਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹੋ ਜਿਹਾ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਮੁਸਲਮਾਨ ਉਸ ਨੂੰ ਵਾਹਦ ਕਹਿੰਦੇ ਨੇ, ਵੇਦਾਂਤੀ ਉਸ ਨੂੰ ਅਦਵੈਤ ਕਹਿ ਦਿੰਦੇ ਹਨ, ਤੇ ਗੁਰੂ ਮਹਾਰਾਜ ਨੇ ਉਸ ਨੂੰ ਇੱਕ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ, ਓੰਕਾਰ। ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਸਤ, ਸਤੋ ਨਾਸ ਤੋਂ ਰਹਿਤ ਹੈ। ਜਿਹੜੇ ਸਰੀਰ ਧਾਰੀ ਆਪਣੇ ਆਪ ਨੂੰ ਰੱਬ ਜਾਂ ਭਗਵਾਨ ਸਦਾਉਂਦੇ ਰਹੇ ਔਰ ਉਹ ਦੁਨੀਆ ਤੋਂ ਚਲੇ ਗਏ, ਪਰ ਜੋ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਕੋਈ ਵਿਅਕਤੀ ਨਹੀਂ ਹੈ, ਉਹ ਇੱਕ ਸ਼ਕਤੀ ਹੈ। ਸ਼ਕਤੀ ਵੀ ਉਹ ਜਿਹੜੀ ਕਦੇ ਨਾਸ ਹੋਣ ਵਾਲੀ ਨਹੀਂ। ਸਤ ਵਿਸ਼ੇਸ਼ਣ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਵਾਹਦ ਹੈ, ਅਦੁੱਤੀ ਹੈ, ਬੇਮਿਸਾਲ ਹੈ, ਲਾਸਾਨੀ ਹੈ। ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਹੈ। ਤੇ ਫਿਰ ਉਹ ਮਿਲਦਾ ਕਿਵੇਂ ਹੈ? ਹਜ਼ੂਰ ਕਹਿੰਦੇ ਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਸਾਨੂੰ ਗੁਰੂ ਦੀ ਆਗਿਆ ਮੰਨਣੀ ਚਾਹੀਦੀ ਹੈ, ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ। ਗੁਰੂ ਨੂੰ ਤਨ ਮਨ ਧਨ ਸਭ ਕੁਝ ਅਰਪਣ ਕਰਨਾ ਚਾਹੀਦਾ, ਤੇ ਫਿਰ ਹੀ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਹਾਸਲ ਹੋ ਸਕਦੀ ਹੈ। ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਆਪਾਂ ਸੋਚ ਕੇ ਦੇਖੀਏ, ਜਿਹੜੀ ਪਤਨੀ ਆਪਣੇ ਪਤੀ ਦੀ ਆਗਿਆ ਮੰਨਦੀ ਹੈ, ਉਹਦੇ ਉੱਤੇ ਪਤੀ ਦਾ ਮਨ ਪ੍ਰਸੰਨ ਹੁੰਦਾ ਹੈ। ਜਿਹੜਾ ਪੁੱਤਰ ਪਿਤਾ ਦਾ ਹੁਕਮ ਮੰਨਦਾ ਹੈ, ਉਹਦੇ ਉੱਤੇ ਪਿਤਾ ਦਾ ਮਨ ਪ੍ਰਸੰਨ ਹੁੰਦਾ ਹੈ। ਜੇ ਕੋਈ ਨੌਕਰ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ, ਉਹਦੇ ਉੱਤੇ ਮਾਲਕ ਦਾ ਮਨ ਖੁਸ਼ ਹੁੰਦਾ ਹੈ। ਤੇ ਜਿਹੜਾ ਗੁਰੂ ਦਾ ਹੁਕਮ ਮੰਨੇ, ਉਹਦੇ ਉੱਤੇ ਗੁਰੂ ਕਿਉਂ ਨਹੀਂ ਪ੍ਰਸੰਨ ਹੋਵੇਗਾ? ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਪਰ ਗੱਲ ਇਹੀ ਔਖੀ ਆ ਵੀ ਗੁਰੂ ਦਾ ਹੁਕਮ ਮੰਨਣਾ ਔਖਾ ਹੈ। ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋਵੇ, ਉਹ ਗੁਰੂ ਦਾ ਹੁਕਮ ਮੰਨ ਸਕਦਾ ਹੈ। ਗੁਰੂ ਦਾ ਹੁਕਮ ਨਾ ਮੰਨਣ ਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਸਾਡੇ ਮਨ ਦੇ ਵਿੱਚ ਹਉਮੈ। ਜਿਸ ਮਨੁੱਖ ਦੇ ਮਨ ਦੇ ਵਿੱਚ ਹਉਮੈ ਹੋਵੇ, ਉਹ ਹੁਕਮ ਨਹੀਂ ਮੰਨ ਸਕਦਾ। ਹਉਮੈ ਤੇ ਹੁਕਮ ਦੋ ਸ਼ਬਦ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਆਏ ਨੇ। ਜਿੱਥੇ ਹੁਕਮ ਦੀ ਗੱਲ ਹੈ, ਉੱਥੇ ਹਉਮੈ ਨਹੀਂ ਰਹਿ ਸਕਦੀ। ਜਿੱਥੇ ਹਉਮੈ ਹੋਵੇ, ਉੱਥੇ ਹੁਕਮ ਨਹੀਂ ਮੰਨਿਆ ਜਾ ਸਕਦਾ। ਇਸ ਲਈ ਪਹਿਲਾਂ ਹਉਮੈ ਨੂੰ ਛੱਡਣਾ ਪਏਗਾ। ਹਜ਼ੂਰ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਦੇ ਰੋਗ ਦਾ ਦਾਰੂ ਹੈ ਗੁਰੂ ਸ਼ਬਦ ਦੀ ਕਮਾਈ। ਜਿਹੜਾ ਗੁਰਸਿੱਖ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਉਹਦੀ ਹਉਮੈ ਨਾਸ ਹੁੰਦੀ ਹੈ। ਗੁਰੂ ਸ਼ਬਦ ਤੋਂ ਮੁਰਾਦ ਹੈ ਵਾਹਿਗੁਰੂ ਗੁਰ ਮੰਤਰ ਦੀ। ਜਿਹੜਾ ਗੁਰੂ ਵਾਲਾ ਹੋ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਹ ਵਾਹਿਗੁਰੂ ਮੰਤਰ ਦਾ ਜਾਪ ਕਰਨ ਦੇ ਨਾਲ ਹਉਮੈ ਨਾਸ ਹੁੰਦੀ ਹੈ। ਹਜ਼ੂਰ ਨੇ ਇਹ ਵੀ ਲਿਖਿਆ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ, ਇਹ ਦੋਵੇਂ ਇੱਕ ਥਾਂ ਰਹਿ ਨਹੀਂ ਸਕਦੇ। ਜਿੱਥੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਜਾਂਦਾ ਉੱਥੇ ਹਉਮੈ ਨਹੀਂ ਟਿਕ ਸਕਦੀ। ਇਸ ਲਈ ਹਉਮੈ ਨੂੰ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ, ਗੁਰੂ ਵਾਲੇ ਹੋ ਕੇ ਤੁਸੀਂ ਗੁਰੂ ਸ਼ਬਦ ਦੀ ਕਮਾਈ ਕਰੋ। ਗੁਰੂ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਹਉਮੈ ਨਾਸ ਹੋ ਜਾਂਦੀ ਹੈ। ਹਉਮੈ ਨਾਸ ਹੋਣ ਤੋਂ ਅਸੀਂ ਗੁਰੂ ਦਾ ਹੁਕਮ ਮੰਨਣ ਲਈ ਤਿਆਰ ਬਰ ਤਿਆਰ ਹੋ ਜਾਂਦੇ ਹਾਂ, ਤੇ ਜਦੋਂ ਗੁਰੂ ਦਾ ਹੁਕਮ ਮੰਨ ਲਈਏ ਫਿਰ ਗੁਰੂ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ, ਤੇ ਗੁਰੂ ਦੀਆਂ ਖੁਸ਼ੀਆਂ ਨਾਲ ਹੀ ਪਰਮੇਸ਼ਰ ਮਿਲਦਾ। ਗੱਲ ਪਰਮੇਸ਼ਰ ਤੇ ਜਾ ਕੇ ਮੁੱਕਦੀ ਹੈ। ਲਓ ਹੁਣ ਭਗਤ ਕਬੀਰ ਜੀ ਜੋ ਅੱਗੇ ਅਸ਼ਟਪਦੀ ਸ਼ਬਦ ਉਚਾਰਨ ਕਰ ਰਹੇ ਹਨ, ਇਹਦੇ ਵਿੱਚ ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਕਬੀਰ ਜੀ ਨੇ ਸ਼ਬਦ ਦਾ ਕੇਂਦਰੀ ਭਾਵ ਰੱਖਿਆ ਹੋਇਆ ਹੈ। ਉਹ ਰਹਾਉ ਦੀਆਂ ਪੰਕਤੀਆਂ ਹਨ, ਵਿਖਿਆ ਅਜਹੁ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਉ ਲੋਕ ਸਵਾਲ ਕਰਦੇ ਹਨ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਸਾਡੇ ਹਿਰਦੇ ਵਿੱਚ ਨਿਵਾਸ ਕਿਉਂ ਨਹੀਂ ਹੁੰਦਾ, ਇਹਦਾ ਕੀ ਕਾਰਨ ਹੈ? ਤਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਵਿਖਿਆ ਅਜਹੁ ਸੁਰਤ ਸੁਖ ਆਸਾ। ਸਾਡੀ ਸੁਰਤ ਵਿੱਚ ਵਿਖਿਆ ਦਾ ਅਰਥ ਹੈ ਮਾਇਆ, ਦੂਸਰਾ ਵਿਖਿਆ ਦਾ ਅਰਥ ਹੈ ਵਿਸ਼ੇ। ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ 5 ਵਿਸ਼ੇ ਮੰਨੇ ਨੇ। ਤੇ ਵਿਖਿਆ ਦਾ ਤੀਜਾ ਅਰਥ ਨਸ਼ੇ ਵੀ ਹੈ, ਕਿਉਂਕਿ ਇਹ ਵੀ ਤਾਂ ਜ਼ਹਿਰਾਂ ਹੀ ਨੇ। ਕੋਈ ਵੀ ਨਸ਼ਾ ਸਾਡੀ ਸਿਹਤ ਲਈ ਹਾਨੀਕਾਰਕ ਹੈ। ਕਿਸੇ ਡਾਕਟਰ ਨੂੰ ਪੁੱਛ ਲਓ, ਕਿਸੇ ਸਿਆਣੇ ਨੂੰ ਪੁੱਛ ਲਓ, ਕੋਈ ਵੀ ਨਸ਼ਾ ਸਾਡੇ ਲਈ ਜ਼ਹਿਰ ਹੈ। ਵਿਖਿਆ ਅਜਹੁ ਸੁਰਤ ਸੁਖ ਆਸਾ। ਭਗਤ ਜੀ ਕਹਿੰਦੇ ਨੇ ਸਾਡੀ ਸੁਰਤ ਵਿੱਚ ਵਿਖਿਆ ਦਾ ਅਰਥ ਹੈ ਮਾਇਆ ਦੇ ਸੁੱਖਾਂ ਦੀ, ਦੂਸਰਾ ਅਰਥ ਹੈ ਜਿਹੜੇ 5 ਵਿਸ਼ੇ ਨੇ ਉਹ ਵਿਸ਼ੇ ਭੋਗਣ ਦੀ, ਵਿਸ਼ਿਆਂ ਦੇ ਸੁੱਖ ਦੀ। ਤੀਜਾ ਹੈ ਵਿਖਿਆ ਦਾ ਅਰਥ ਜਿਹੜੇ ਨਸ਼ੇ ਨੇ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ। ਪੋਸਤ ਹੈ, ਭੰਗ ਹੈ, ਸ਼ਰਾਬ ਹੈ, ਜਿੰਨੇ ਨਸ਼ੇ ਨੇ। ਜਿੰਨਾ ਚਿਰ ਤੱਕ ਵਿਖਿਆ ਅਜਹੁ ਸੁਰਤ ਸੁਖ ਆਸਾ, ਸਾਡੀ ਸੁਰਤ ਵਿੱਚ ਵੀ ਇਹਨਾਂ ਵਿਸ਼ਿਆਂ ਦੇ, ਨਸ਼ਿਆਂ ਦੇ ਸੁੱਖ ਦੀ ਆਸਾ ਹੈ, ਹਾਲੇ ਅਸੀਂ ਇਹਨਾਂ ਨਸ਼ਿਆਂ ਵਿਸ਼ਿਆਂ ਵਿੱਚੋਂ ਸੁੱਖ ਦੀ ਆਸ ਕਰਦੇ ਹਾਂ। ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਦੱਸੋ ਫਿਰ ਤੁਹਾਡੀ ਸੁਰਤ ਵਿੱਚ ਉਸ ਰਾਜਾ ਰਾਮ ਪਾਤਸ਼ਾਹ ਪ੍ਰਭੂ ਦਾ ਕਿਵੇਂ ਨਿਵਾਸ ਹੋ ਸਕਦਾ? ਕਦੀ ਵੀ ਨਹੀਂ ਹੋ ਸਕਦਾ। ਜੇ ਸਾਡੀ ਸੁਰਤ ਮਾਇਕੀ ਸੁੱਖਾਂ ਦੇ ਵਿੱਚ ਫਸੀ ਹੋਈ ਹੈ, ਨਸ਼ਿਆਂ ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਫਸੀ ਹੋਈ ਹੈ, ਤੇ ਫਿਰ ਵਾਹਿਗੁਰੂ ਦਾ ਨਿਵਾਸ ਸੁਰਤ ਵਿੱਚ ਕਦੀ ਵੀ ਨਹੀਂ ਹੋ ਸਕਦਾ। ਇਸੇ ਲਈ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬੜੀ ਸੁੰਦਰ ਸਿੱਖਿਆ ਸਾਨੂੰ ਦਿੱਤੀ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕਿਸੇ ਭਾਂਡੇ ਵਿੱਚ ਕੋਈ ਚੀਜ਼ ਪਹਿਲਾਂ ਪਾ ਕੇ ਰੱਖੀ ਹੋਈ ਹੈ, ਉਸ ਭਾਂਡੇ ਵਿੱਚ ਕੋਈ ਹੋਰ ਚੀਜ਼ ਪਾਉਣਾ ਚਾਹੀਏ ਤਾਂ ਸਾਨੂੰ ਉਹ ਭਾਂਡਾ ਖਾਲੀ ਕਰਨਾ ਪਵੇਗਾ, ਦੂਜੀ ਹੋਵੇ ਪਾਸ। ਜਿੰਨਾ ਚਿਰ ਤੱਕ ਉਹ ਦੂਜੀ ਚੀਜ਼ ਪਾਸੇ ਨਹੀਂ ਹੋ ਜਾਂਦੀ, ਭਾਂਡਾ ਖਾਲੀ ਨਹੀਂ ਹੋ ਸਕਦਾ, ਤੇ ਉਹਨਾਂ ਚਿਰ ਤੱਕ ਉਹਦੇ ਵਿੱਚ ਹੋਰ ਕੋਈ ਵਸਤੂ ਨਹੀਂ ਪੈ ਸਕਦੀ। ਇਸੇ ਤਰ੍ਹਾਂ ਸਾਡੀ ਸੁਰਤ ਵਿੱਚ ਮਾਇਕੀ ਸੁੱਖਾਂ ਦੀ, ਨਸ਼ਿਆਂ ਵਿਸ਼ਿਆਂ ਦੇ ਸੁੱਖ ਭੋਗਣ ਦੀ ਆਸ ਲੱਗੀ ਹੋਈ ਹੈ। ਦੱਸੋ ਫਿਰ ਵਾਹਿਗੁਰੂ ਦਾ ਨਿਵਾਸ ਕਿਵੇਂ ਹੋ ਸਕਦਾ ਸਾਡੀ ਸੁਰਤ ਵਿੱਚ? ਜੇ ਅੰਦਰੋਂ ਹਿਰਦਾ ਖਾਲੀ ਹੋਵੇਗਾ ਤੇ ਫੇਰ ਹੀ ਸਾਨੂੰ ਵਾਹਿਗੁਰੂ ਪਰਮੇਸ਼ਰ ਆ ਕੇ ਮਿਲ ਸਕਦਾ ਹੈ। ਸਾਡਾ ਤੇ ਅੰਦਰ ਪਹਿਲਾਂ ਹੀ ਭਰਿਆ ਹੋਇਆ ਹੈ। ਰਸ ਸੋਇਣਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ,
ਰਸ ਕੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸ਼ਰੀਰ ਕੇ, ਕਹਿ ਕਟ ਨਾਮ ਨਿਵਾਸ। ਸੋਨੇ ਦਾ ਰਸ ਹੈ, ਚਾਂਦੀ ਦਾ ਰਸ ਹੈ, ਇਸਤਰੀ ਦਾ ਰਸ ਹੈ, ਚੰਦਨ ਦਾ ਰਸ ਹੈ, ਘੋੜਿਆਂ ਦਾ ਰਸ ਹੈ, ਸੇਜਾ ਦਾ ਰਸ ਹੈ, ਸੋਹਣੇ ਮੰਦਰਾਂ ਦਾ ਰਸ ਹੈ, ਮਿੱਠੀਆਂ ਚੀਜ਼ਾਂ ਖਾਣ ਦਾ ਰਸ ਹੈ, ਕਈਆਂ ਨੂੰ ਮਾਸ ਖਾਣ ਦਾ ਰਸ ਹੈ, ਚਸਕਾ ਪਿਆ ਹੋਇਆ। ਇੰਨੇ ਰਸ ਭਾਵ 9 ਰਸ ਪਹਿਲਾਂ ਹੀ ਸਾਡੇ ਸਰੀਰ ਦੇ ਵਿੱਚ ਭਰੇ ਹੋਏ ਨੇ। ਕਹਿ ਘਟ ਨਾਮ ਨਿਵਾਸ, ਦੱਸੋ ਨਾਮ ਕਿੱਥੇ ਆ ਕੇ ਵਸੇ, ਰੱਬ ਕਿੱਥੇ ਆ ਕੇ ਰਵੇ। ਸ਼ਮਸ ਤਬਰੇਜ਼ ਇੱਕ ਸੂਫੀ ਸੰਤ ਹੋਇਆ, ਉਹਦੀ ਇੱਕ ਬੜੀ ਸੁੰਦਰ ਕਹਾਣੀ ਹੈ, ਬੜੀ ਸੁੰਦਰ ਦਾਸਤਾਨ ਹੈ। ਸ਼ਮਸ ਤਬਰੇਜ਼ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ। ਬਹੁਤ ਆਜ਼ਾਦ ਤਬੀਅਤ ਦਾ ਮਾਲਕ ਸੀ, ਹਰ ਵੇਲੇ ਅੱਲਾਹ ਤਾਲਾ ਨੂੰ ਯਾਦ ਕਰ ਰਿਹਾ ਹੈ। ਇੱਕ ਦਿਨ ਇਸ ਨੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਖੁਦਾ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ, ਹੇ ਖੁਦਾ, ਹੇ ਅੱਲਾਹ ਤਾਲਾ, ਹੁਣ ਤੇ ਬਹੁਤ ਸਮਾਂ ਹੋ ਗਿਆ ਬੰਦਗੀ ਕਰਦੇ ਨੂੰ, ਕੀ ਤੂੰ ਮੈਨੂੰ ਮਿਲੇਗਾ ਵੀ ਜਾਂ ਮੇਰਾ ਇਸੇ ਤਰ੍ਹਾਂ ਹੀ ਟਾਈਮ ਲੰਘ ਜਾਵੇਗਾ, ਮੈਂ ਐਵੇਂ ਹੀ ਮਰ ਜਾਵਾਂਗਾ। ਜਦੋਂ ਇਸ ਤਰ੍ਹਾਂ ਆਖਿਆ, ਉਹਨੂੰ ਆਕਾਸ਼ ਬਾਣੀ ਹੋਈ। ਉਸ ਅਕਾਲ ਪੁਰਖ ਨੇ, ਉਸ ਖੁਦਾ ਅੱਲਾਹ ਤਾਲਾ ਨੇ ਆਖਿਆ ਕਿ ਐ ਸ਼ਮਸ, ਮੈਂ ਆਉਣ ਲਈ ਤਿਆਰ ਹਾਂ, ਪਰ ਤੂੰ ਪਹਿਲਾਂ ਮੇਰੇ ਬੈਠਣ ਲਈ ਆਪਣੇ ਅੰਦਰ ਜਗ੍ਹਾ ਤੇ ਖਾਲੀ ਕਰ। ਜੇ ਕਿਸੇ ਦੇ ਘਰ ਦੇ ਵਿੱਚ ਪ੍ਰਾਹੁਣੇ ਨੂੰ ਬਿਠਾਉਣ ਲਈ ਜਗ੍ਹਾ ਹੀ ਖਾਲੀ ਨਾ ਹੋਵੇ ਤੇ ਪ੍ਰਾਹੁਣਿਆਂ ਨੂੰ ਸੱਦ ਕੇ ਫਿਰ ਆਪਣੀ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੀ ਹੁੰਦੀ ਹੈ। ਉਸ ਅਕਾਲ ਪੁਰਖ ਨੇ ਆਖਿਆ, ਜੇ ਤੂੰ ਮੈਨੂੰ ਆਪਣੇ ਘਰ ਬੁਲਾਉਣਾ ਹੈ ਤੇ ਫਿਰ ਮੇਰੇ ਬੈਠਣ ਦਾ ਤੇ ਇੰਤਜ਼ਾਮ ਕਰਨਾ। ਉਹ ਕਹਿੰਦਾ ਸਤ ਬਚਨ। ਹੁਣ ਜਦੋਂ ਸ਼ਮਸ ਤਬਰੇਜ਼ ਨੇ ਇਹ ਆਵਾਜ਼ ਸੁਣੀ, ਬੜਾ ਖੁਸ਼ ਹੋਇਆ ਵੀ ਚਲੋ ਕਮ ਸੇ ਕਮ ਮੇਰੀ ਸੁਣੀ ਤਾਂ ਗਈ, ਹੁਣ ਰੱਬ ਦੇ ਦੀਦਾਰ ਵੀ ਹੋਣਗੇ। ਹੁਣ ਜਦੋਂ ਉਸ ਨੇ ਆਪਣੇ ਅੰਦਰ ਵੱਲ ਨਿਗਾਹ ਮਾਰੀ, ਅੰਤਰ ਆਤਮਾ ਆਪਣੇ ਮਨ ਵਿੱਚ ਝਾਤ ਮਾਰੀ, ਕੀ ਵੇਖਦਾ ਹੈ? ਉੱਥੇ ਤਾਂ ਕਈ ਡਾਕੂ ਬੈਠੇ ਨੇ, ਚੋਰ ਬੈਠੇ ਨੇ, ਲੁਟੇਰੇ ਕਬਜ਼ਾ ਕਰੀ ਬੈਠੇ ਨੇ। ਜਿਵੇਂ ਕਿ ਕਿਸੇ ਗਰੀਬ ਆਦਮੀ ਦੇ ਘਰ ਉੱਤੇ ਜਾਂ ਉਹਦੀ ਜ਼ਮੀਨ ਜਾਇਦਾਦ ਦੇ ਉੱਤੇ ਕੋਈ ਡਾਕੂ ਕਬਜ਼ਾ ਕਰਕੇ ਬੈਠ ਜਾਣ ਤੇ ਉਹ ਕਦੋਂ ਛੇਤੀ ਕੀਤਿਆਂ ਕਬਜ਼ਾ ਛੱਡਦੇ ਨੇ। ਉਹ ਡਾਕੂ ਕੌਣ ਸਨ? ਉਹ ਚੋਰ ਕਿਹੜੇ ਸਨ? ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਉਹਨਾਂ ਦੇ ਬਾਰੇ ਸੰਕੇਤ ਦਿੱਤਾ ਹੈ, ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹ 5 ਡਾਕੂ 5 ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਡੇ ਅੰਦਰ ਕਬਜ਼ਾ ਕਰੀ ਬੈਠੇ ਨੇ। ਤੁਸੀਂ ਕਦੇ ਵੀ ਆਪਣੇ ਅੰਦਰ ਵੱਲ ਝਾਤ ਮਾਰ ਕੇ ਦੇਖੋਗੇ, ਕਿਧਰੇ ਤੇ ਕਾਮ ਉਹ ਆਪਣਾ ਕਬਜ਼ਾ ਜਮਾਈ ਬੈਠਾ ਹੈ, ਕਿਧਰੇ ਕ੍ਰੋਧ ਫੁੰਕਾਰੇ ਮਾਰ ਰਿਹਾ ਹੈ, ਕਿਧਰੇ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ, ਕਿਧਰੇ ਮੋਹ ਸਾਨੂੰ ਮੂਰਛਤ ਕਰੀ ਜਾ ਰਿਹਾ ਹੈ, ਤੇ ਕਿਧਰੇ ਹੰਕਾਰ ਸਾਡੀ ਖੱਜਲ ਖੁਆਰੀ ਕਰ ਰਿਹਾ ਹੈ। ਇਹ 5 ਡਾਕੂ ਨੇ ਜਿਹੜੇ ਸਾਡੇ ਸਰੀਰ ਤੇ ਸਾਡੇ ਮਨ ਉਤੇ ਕਬਜ਼ਾ ਕਰੀ ਬੈਠੇ ਨੇ। ਸ਼ਮਸ ਤਬਰੇਜ਼ ਨੇ ਜਦੋਂ ਉਹਨਾਂ ਵੱਲ ਤੱਕਿਆ ਤੇ ਜਾ ਕੇ ਬੜੇ ਪਿਆਰ ਦੇ ਨਾਲ ਆਖਿਆ, ਭਰਾਵੋ, ਹੁਣ ਜਿੰਨਾ ਸਮਾਂ ਤੁਸੀਂ ਇੱਥੇ ਰਹਿ ਲਏ ਹੋ, ਚਲੋ ਉਹ ਸਮਾਂ ਤੁਹਾਨੂੰ ਮੁਬਾਰਕ ਹੋਵੇ, ਪਰ ਹੁਣ ਜਿਹੜਾ ਇਸ ਘਰ ਦਾ ਮਾਲਕ ਹੈ, ਹੁਣ ਮੇਰਾ ਸਿਰ ਦਾ ਸਾਈਂ ਆਉਣ ਵਾਲਾ ਹੈ ਤੇ ਤੁਸੀਂ ਇਉਂ ਕਰੋ, ਹੁਣ ਇਹ ਘਰ ਖਾਲੀ ਕਰ ਦਿਓ। ਹੁਣ ਜੇ ਤਾਂ ਕੋਈ ਸ਼ਰੀਫ ਆਦਮੀ ਹੋਵੇ ਤੇ ਵੱਖਰੀ ਗੱਲ ਹੈ, ਇੱਕ ਵਾਰੀ ਕਹੇ ਤੋਂ ਉਹ ਮਕਾਨ ਖਾਲੀ ਕਰ ਦੇਵੇਗਾ, ਪਰ ਜਿਹੜਾ ਹੋਵੇ ਚੋਰ ਉਹ ਚੱਕਾ, ਉਹ ਕਦੋਂ ਕਹਿਣ ਤੋਂ ਖਾਲੀ ਕਰਦਾ। ਤੇ ਜਦੋਂ ਉਸਨੇ ਪਿਆਰ ਦੀ ਗੱਲ ਨੂੰ ਉਹਨਾਂ ਨੇ ਨਾ ਮੰਨਿਆ ਤੇ ਫਿਰ ਸ਼ਮਸ ਤਬਰੇਜ਼ ਨੇ ਆਖਿਆ ਵੀ ਇਉਂ ਤੇ ਗੱਲ ਨਹੀਂ ਬਣਨੀ। ਤੇ ਫਿਰ ਉਹਨਾਂ ਨੂੰ ਬਾਹੋਂ ਪਕੜ ਕੇ ਕਹਿਣ ਲੱਗਾ, ਭਾਈ ਤੁਸੀਂ ਬਾਹਰ ਨਿਕਲੋ,
ਪਹਿਲਾਂ ਮੂੰਹ ਨਾਲ ਗੱਲ ਹੁੰਦੀ ਹੈ, ਫਿਰ ਦੂਸਰਾ ਤਰੀਕਾ ਹੁੰਦਾ, ਫਿਰ ਉਸ ਨੂੰ ਬਾਹੋਂ ਫੜ ਕੇ ਬਾਹਰ ਕੱਢਿਆ ਜਾਂਦਾ। ਉਹਨੇ ਕਾਮ ਨੂੰ ਆਖਿਆ, ਭਰਾਵਾ ਤੂੰ ਹੁਣ ਬਾਹਰ ਨਿਕਲ। ਕ੍ਰੋਧ ਨੂੰ ਆਖਿਆ, ਤੂੰ ਬਾਹਰ ਹੋ। ਪਰ ਉਹ ਕਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੋਣ? ਗੱਲ ਕੀ, ਉਹਨਾਂ ਪੰਜਾਂ ਨੇ ਇੰਨਾ ਝਗੜਾ ਫਸਾਦ ਸ਼ੁਰੂ ਕਰ ਦਿੱਤਾ ਤੇ ਹੁਣ ਇਹ ਬੜਾ ਆਵਾਜ਼ਾਰ ਹੋਇਆ। ਸ਼ਮਸ ਤਬਰੇਜ਼ ਨੇ ਉਸ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਵਾਹਿਗੁਰੂ, ਇਹ ਪੰਜ ਨੇ, ਮੈਂ ਇਕੱਲਾ ਹਾਂ, ਮੇਰੀ ਇਹਨਾਂ ਦੇ ਸਾਹਮਣੇ ਕੋਈ ਵਾਹ ਪੇਸ਼ ਨਹੀਂ ਚੱਲਦੀ। ਹੁਣ ਤੂੰ ਹੀ ਮੇਰੇ ਤੇ ਰਹਿਮਤ ਕਰ, ਤੂੰ ਹੀ ਮੇਰੇ ਤੇ ਬਖਸ਼ਿਸ਼ ਕਰ, ਤੂੰ ਹੀ ਮੈਨੂੰ ਬਲ ਬਖਸ਼ਿਸ਼ ਕਰ, ਤੂੰ ਹੀ ਮੈਨੂੰ ਸ਼ਕਤੀ ਦੇ, ਤਾਂ ਕਿ ਮੈਂ ਇਹਨਾਂ ਪੰਜਾਂ ਨੂੰ ਆਪਣੇ ਵਸ ਕਰ ਸਕਾਂ। ਤੇ ਜਦੋਂ ਉਸਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ, ਹਜ਼ੂਰ ਨੇ ਬਾਣੀ ਵਿੱਚ ਸਾਨੂੰ ਸਾਰੀਆਂ ਸਿੱਖਿਆਵਾਂ ਦਿੱਤੀਆਂ ਨੇ। ਸਤਿਗੁਰੂ ਦੇ ਬਚਨ ਹੈ ਕਿ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਕਿਵੇਂ ਬੇਨਤੀ ਕਰਨੀ ਹੈ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਉ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਇਹ ਪੰਜ ਨੇ, ਮੈਂ ਗਰੀਬ ਕੱਲਾ ਹੀ ਹਾਂ। ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸਰਨ ਤੁਹਾਰੇ। ਇਹ ਬੜਾ ਦੁੱਖ ਦਿੰਦੇ ਨੇ। ਇਹਨਾਂ ਨੇ ਮੇਰੀ ਜਾਨ ਨੱਕ ਵਿੱਚ ਲੈ ਆਂਦੀ ਹੈ। ਮੈਂ ਬਹੁਤ ਇਹਨਾਂ ਤੋਂ ਤੰਗ ਆ ਗਿਆ ਹਾਂ, ਇਸੇ ਲਈ ਮੈਂ ਹੁਣ ਤੁਹਾਡੇ ਦਰ ਦੀ ਆ ਕੇ ਸ਼ਰਨ ਪੈ ਗਿਆ ਹਾਂ, ਤੇ ਤੁਸੀਂ ਹੁਣ ਕਿਰਪਾ ਕਰੋ। ਤੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ। ਉਹਨੇ ਆਪਣੇ ਜਿਹੜੇ ਸੇਵਾਦਾਰ ਭੇਜ ਦਿੱਤੇ। ਜਦੋਂ ਉਸ ਵਾਹਿਗੁਰੂ ਦੇ ਸੇਵਾਦਾਰ ਆ ਗਏ, ਵਸਤੂ ਵਿਚਾਰ ਨੇ ਕਾਮ ਨੂੰ ਖਦੇੜ ਦਿੱਤਾ, ਨਿਮਰਤਾ ਨੇ ਅਤੇ ਖਿਮਾ ਨੇ ਕ੍ਰੋਧ ਦੀਆਂ ਛਾਲਾਂ ਚੁਕਾ ਦਿੱਤੀਆਂ, ਸੰਤੋਖ ਨੇ ਲੋਭ ਨੂੰ ਭਜਾ ਦਿੱਤਾ, ਤੇ ਜਿਹੜਾ ਵਿਵੇਕ ਸੀ ਉਹਨੇ ਮੋਹ ਨੂੰ ਢਾਲਿਆ, ਤੇ ਜਿਹੜਾ ਹੰਕਾਰ ਗੱਜ ਰਿਹਾ ਸੀ ਉਹਨੂੰ ਨਿਮਰਤਾ ਨੇ, ਹਲੀਮੀ ਨੇ ਚਕਨਾ ਚੂਰ ਕਰ ਦਿੱਤਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ। ਜਦੋਂ ਇਹ ਸਾਰਾ ਕੁਝ ਸਾਹਮਣੇ ਦੇਖਿਆ ਤਾਂ ਉਸ ਵੇਲੇ ਸ਼ਮਸ ਤਬਰੇਜ਼ ਬੜਾ ਪ੍ਰਸੰਨ ਹੋਇਆ, ਤੇ ਉਹਨੂੰ ਉਸੇ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਦੀਦਾਰ ਹੋ ਗਏ। ਭਗਤ ਕਬੀਰ ਜੀ ਨੇ ਹੋਰ ਥਾਂ ਤੇ ਵੀ ਲਿਖਿਆ ਹੈ, ਜਿਹੜੇ ਲੋਕ ਕਹਿੰਦੇ ਨੇ ਵੀ ਸਾਨੂੰ ਪਰਮ ਪਦਵੀ ਮਿਲ ਜਾਵੇ, ਤਾਂ ਕਿਵੇਂ ਮਿਲ ਸਕਦੀ ਹੈ? ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਦ ਦੂਰੇ। ਵੀ ਜਿਹੜਾ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਕਰ ਲਵੇ, ਇਹਨਾਂ ਨੂੰ ਢਾ ਲਵੇ, ਇਹਨਾਂ ਨੂੰ ਵਸ ਕਰ ਲਵੇ, ਤੇ ਫਿਰ ਪਰਮ ਪਦਵੀ ਦੂਰ ਨਹੀਂ ਰਹਿ ਜਾਂਦੀ। ਇਹ ਸਮਝ ਲਓ ਪਰਮ ਪਦਵੀ ਦੇ ਰਾਹ ਦੇ ਵਿੱਚ ਚੋਰ ਡਾਕੂ ਨੇ, ਜਿਹੜੇ ਸਾਨੂੰ ਉਧਰ ਜਾਣ ਨਹੀਂ ਦਿੰਦੇ। ਬਸ ਜਿਹੜਾ ਇਹਨਾਂ ਨੂੰ ਜਿੱਤ ਗਿਆ, ਜਿਹੜਾ ਇਹਨਾਂ ਨੂੰ ਕਾਬੂ ਕਰ ਗਿਆ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੱਕ ਪਹੁੰਚ ਸਕਦਾ। ਇੱਥੇ ਭਗਤ ਕਬੀਰ ਜੀ ਸਾਨੂੰ ਇਹ ਬੜੀ ਉੱਤਮ ਸਿੱਖਿਆ ਦੇ ਰਹੇ ਹਨ। ਵਿਖਿਆ ਅਜਹੋਂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਉ ਭਗਤ ਜੀ ਕਹਿੰਦੇ ਨੇ, ਸਾਡੀ ਸੁਰਤ ਵਿੱਚ ਆ ਜਿਹੜੇ ਮਾਇਕੀ ਸੁੱਖ ਨੇ, ਨਸ਼ੇ ਨੇ, ਵਿਸ਼ੇ ਨੇ, ਉਹਨਾਂ ਦੇ ਸੁੱਖ ਭੋਗਣ ਦੀ ਹਾਲੇ ਤੱਕ ਆਸ ਹੈ। ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਉਸ ਪਾਤਸ਼ਾਹ ਪ੍ਰਭੂ ਦਾ ਸਾਡੇ ਹਿਰਦੇ ਵਿੱਚ, ਸਾਡੀ ਸੁਰਤ ਵਿੱਚ ਕਿਵੇਂ ਨਿਵਾਸ ਹੋ ਸਕਦਾ? ਨਹੀਂ ਹੋ ਸਕਦਾ। ਜੇ ਮਨ ਦੇ ਵਿੱਚ ਨਸ਼ੇ ਵਿਸ਼ੇ ਭੋਗਣ ਦੀ ਇੱਛਾ ਹੈ, ਤੇ ਫਿਰ ਰੱਬ ਕਿਵੇਂ ਆਵੇ? ਉਹਦਾ ਨਾਮ ਕਿਵੇਂ ਸਾਡੇ ਅੰਦਰ ਆਵੇ? ਨਹੀਂ ਆ ਸਕਦਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜੇ ਅਸੀਂ ਵਿਸ਼ਿਆਂ ਦੇ ਰਸ ਛੱਡਾਂਗੇ, ਵਿਕਾਰਾਂ ਦੇ ਰਸ ਛੱਡਾਂਗੇ, ਤੇ ਫਿਰ ਹੀ ਨਾਮ ਦਾ ਰਸ ਆਵੇਗਾ। ਤੇ ਜਦੋਂ ਨਾਮ ਦਾ ਰਸ ਪ੍ਰਾਪਤ ਹੋ ਗਿਆ, ਫਿਰ ਇਹ ਰਸ ਤੁਹਾਨੂੰ ਚੰਗੇ ਵੀ ਨਹੀਂ ਲੱਗਣਗੇ, ਇਹ ਆਪਣੇ ਆਪ ਹੀ ਛੁੱਟ ਜਾਣਗੇ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਲੋ ਹੁਣ ਭਗਤ ਕਬੀਰ ਜੀ ਆਰੰਭ ਤੋਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।